ਸਾਡੀਆਂ ਮੁੱਢਲੀਆਂ ਲੋੜਾਂ ਕੀ ਨੇ। ਮੈਂ ਗੱਲ ਆਰੰਭ ਕਰਦਾ ਸ਼ਖਸੀਅਤ ਦੀ ਪਰਿਭਾਸ਼ਾ ਤੋਂ। ਅਸੀਂ ਬਹੁਤ ਵਾਰੀ ਇਹ ਸ਼ਬਦ ਸੁਣਦੇ ਹਾਂ, ਸਾਡੇ ਅਧਿਆਪਕ ਤੈਨੂੰ ਆਖਦੇ ਆ ਬੇਟਾ ਆਪਣੀ ਪਰਸਨੈਲਿਟੀ ਇੰਪਰੂਵ ਕਰ, ਬੇਟਾ ਤੇਰੀ ਪਰਸਨੈਲਿਟੀ ਕਿਸੇ ਕੰਮ ਦੀ ਨਹੀਂ। ਤੁਹਾਡੇ ਮਾਂ-ਬਾਪ ਵੀ ਤੁਹਾਨੂੰ ਕਈ ਵਾਰੀ ਇਹ ਗੱਲ ਕਹਿ ਦਿੰਦੇ ਨੇ, ਅਧਿਆਪਕ ਵੀ ਕਹਿ ਦਿੰਦੇ ਨੇ। ਆਖਰ ਅਸੀਂ ਪਰਸਨੈਲਿਟੀ ਸ਼ਬਦ ਦਾ ਲਿਟਰਲ ਮੀਨਿੰਗ ਜਾਣਦੇ ਹਾਂ। ਇੱਕ ਲੈਟਿਨ ਵਰਡ ਹੈ ਪਰਸੋਨਾ, ਔਰ ਇਹ ਸ਼ਬਦ ਦਾ ਮਤਲਬ ਵੈਸੇ ਕੁਝ ਹੋਰ ਹੈ ਤੇ ਅਸੀਂ ਇਹਨੂੰ ਹੋਰ ਸੰਦਰਭ ਵਿੱਚ ਵਰਤਦੇ ਹਾਂ। ਕੀ ਲਿਖਿਆ ਲਿਟਰੇਚਰ ਦੇ ਵਿੱਚ? ਇਹ ਥੀਏਟ੍ਰਿਕਲ ਮਾਸਕ worn by the performers either to project different roles or to disguise their identity। ਉਹ ਮੰਚ ਦੇ ਉੱਤੇ ਖੜ ਕੇ ਵੱਖ-ਵੱਖ ਤਰ੍ਹਾਂ ਦੇ ਰੋਲ ਅਦਾ ਕਰਨ ਦੇ ਲਈ ਜਿਹੜਾ ਪਹਿਰਾਵਾ ਪਹਿਨਦੇ ਹੈ ਤੇ ਜਾਂ ਫਿਰ ਆਪਣੇ ਅਸਲ ਪਹਿਰਾਵੇ ਨੂੰ ਲੁਕਾ ਕੇ ਕੁਝ ਹੋਰ ਕਰ ਰਹੇ ਹੁੰਦੇ ਨੇ ਮੰਚ ਦੇ ਉੱਤੇ, ਟੂ ਡਿਸਗਿਊਜ਼ ਦੇਅਰ ਆਇਡੈਂਟੀਟੀ, ਭੁਲੇਖਾ ਪਾ ਰਹੇ ਨੇ। ਇਹ ਲਿਟਰੇਚਰ ਦਾ ਮੀਨਿੰਗ ਹੈ। ਬਟ ਅਸੀਂ ਇਸ ਸ਼ਬਦ ਨੂੰ ਆਪਣੀ ਨਿੱਤ ਦੀ ਬੋਲੀ ਦੇ ਵਿੱਚ ਇੰਜ ਬੋਲਦੇ ਹਾਂ, ਇਟਸ ਦਾ ਕੰਬੀਨੇਸ਼ਨ ਆਫ ਦਾ ਕਰੈਕਟਰਿਸਟਿਕਸ, qualities that represents the behavior of an individual, from where you can judge how the person would react to any kind of situation. It is the indicator of the individual's distinctive character। ਇੱਕ ਬੰਦਾ ਕਿਵੇਂ ਬਿਹੇਵ ਕਰਦਾ ਹੈ, ਕੋਈ ਔਕੜ ਆਉਂਦੀ ਹੈ ਤਾਂ ਉਹ ਕਿਵੇਂ ਹੁੰਦਾ ਹੈ, ਖੁਸ਼ੀ ਆਉਂਦੀ ਹੈ ਤਾਂ ਉਹ ਕਿਵੇਂ ਹੁੰਦਾ ਹੈ, ਉਹ ਚੈਲੰਜਸ ਨੂੰ ਰਿਸੀਵ ਕਿਵੇਂ ਕਰਦਾ ਹੈ, ਉਹ ਆਪਣੇ ਵੱਡਿਆਂ ਨਾਲ ਗੱਲ ਕਿਵੇਂ ਕਰਦਾ ਹੈ, ਛੋਟਿਆਂ ਨਾਲ ਗੱਲ ਕਿਵੇਂ ਕਰਦਾ ਹੈ, ਉਹ ਖਾਂਦਾ ਕਿਵੇਂ ਹੈ, ਉਹ ਦੇਖਦਾ ਕਿਵੇਂ ਹੈ, ਉਹ ਤੁਰਦਾ ਕਿਵੇਂ ਹੈ, ਉਹ ਸੌਂਦਾ ਕਿਵੇਂ ਹੈ, ਉਹਦਾ ਸੌਣ ਵੇਲੇ ਉਹਦਾ ਇੰਟਲੈਕਟ ਕਿੱਥੇ ਹੁੰਦਾ ਹੈ, ਜਾਗਦਿਆਂ ਉਹਦਾ ਇੰਟਲੈਕਟ ਕਿੱਥੇ ਹੁੰਦਾ ਹੈ, ਉਹ ਕਿਵੇਂ ਸੰਸਾਰ ਵਿੱਚ ਵਿਚਰ ਰਿਹਾ ਹੈ, ਆਪਣੇ ਆਲੇ ਦੁਆਲੇ ਨਾਲ ਉਹਦੇ ਕੋਰਿਲੇਸ਼ਨਸ ਕੀ ਨੇ, ਬਿਹੇਵੀਅਰ ਕੀ ਨੇ। ਇਹਨੂੰ ਅਸੀਂ ਪਰਸਨੈਲਿਟੀ ਆਖਦੇ ਹਾਂ। ਤੇ ਬੇਟਾ ਜੀ, ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ, ਮੈਂ ਇੱਕ ਛੋਟਾ ਜਿਹਾ ਅੱਖਰ ਤੁਹਾਡੇ ਸਾਹਮਣੇ ਰੱਖਣ ਲੱਗਿਆ। ਮੇਰਾ ਪਹਿਲਾ ਸਵਾਲ ਹੈ, ਮੈਨੂੰ ਸਮਝ ਆਇਆ ਹੈ ਕਿ ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ ਇਹ ਹੈ। ਮੈਨੂੰ ਕੌਣ ਦੱਸੇਗਾ ਬੱਚਾ ਕਿ ਇਹ ਹੁੰਦਾ ਕੀ ਹੈ, ਸ਼ਰਮ ਕੀ ਹੁੰਦਾ? ਹੱਥ ਖੜੇ ਕਰੋ, ਸ਼ਾਬਾਸ਼। ਕੋਈ ਵਿਦਿਆਰਥੀ ਦੱਸੇ ਕਿ ਸ਼ਰਮ ਹੁੰਦੀ ਕੀ ਹੈ? ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ ਹੈ ਸ਼ਰਮ। ਜਿੱਦਾਂ ਬੱਚੇ ਬਹੁਤ ਸ਼ਰਮਾਉਂਦੇ ਆ ਕਿ ਅਸੀਂ ਕਿਸੇ ਦੇ ਸਾਹਮਣੇ ਗਲਤ ਬੋਲ ਦਾਂਗੇ ਤੇ ਇਹਦੇ ਵਿੱਚ ਬਹੁਤ ਗਲਤ ਹੋ ਜਾਊਗਾ ਤੇ ਫਿਰ ਕੋਈ ਸਾਨੂੰ ਸਹੀ ਨਹੀਂ ਸਮਝੂਗਾ। ਨਹੀਂ ਬੇਟਾ ਜੀ, ਇਹ ਸ਼ਰਮ ਨਹੀਂ ਹੈ, ਸੱਸਾ ਦੇ ਥੱਲੇ ਬਿੰਦੀ ਨਹੀਂ ਹੈ, ਇਹ ਸ਼ਰਮ ਹੈ। ਸ਼ਰਮ ਹੁੰਦੀ ਹੈ ਮਿਹਨਤ। ਰੋਜ਼ ਪੜ੍ਹਦੇ ਹਾਂ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਅਨੂਪ ਕੀ ਹੁੰਦਾ? ਬਹੁਤ ਸੁੰਦਰ। ਆਪਾਂ ਕਹਿੰਦੇ ਬੱਚੇ ਕਹਿੰਦੇ ਇਹ ਤਾਂ ਆਦਤ ਹੈ ਨਾ, ਬਹੁਤ ਕਲਾਸੀਕਲ, ਜਿਹੜੀ ਕਿ ਐਂ ਜਿਵੇਂ ਪੈਨਸਲ ਘੜੀ ਦੀ ਐਂ ਘੜ ਦਿੱਤੀ ਜਾਵੇ। ਬਾਣੀ ਬਣਤਰ, ਸ਼ਰਮਖੰਡ ਦੀ ਬਣਤਰ ਕੀ ਹੈ ਕਿ ਤੁਹਾਡਾ ਰੂਪ ਨਿਖਰ ਜਾਂਦਾ, ਤੁਹਾਡੀ ਪਰਸਨੈਲਿਟੀ ਘੜੀ ਜਾਂਦੀ ਹੈ। ਸ਼ਰਮ ਹੁੰਦੀ ਹੈ ਮਿਹਨਤ। ਜਪਜੀ ਸਾਹਿਬ ਵਿੱਚ 5 ਖੰਡਾਂ ਦਾ ਜ਼ਿਕਰ ਹੈ, ਮੈਂ ਅਗਾਂਹ ਥੋੜਾ ਥੋੜਾ ਖੁਲਾਸਾ ਉਹਨਾਂ ਦਾ ਕਰਾਂਗਾ। ਗੁਰੂ ਨਾਨਕ ਪਿਤਾ ਜੀ ਦੱਸਦੇ ਨੇ ਸ਼ਖਸੀਅਤ ਦੀ ਘਾਟ ਲਈ ਸਾਨੂੰ ਮਿਹਨਤ ਕਰਨੀ ਪਵੇਗੀ ਤੇ ਮਿਹਨਤ ਤੋਂ ਬਿਨਾਂ ਸ਼ਖਸੀਅਤ ਨਹੀਂ ਘੜੀ ਜਾ ਸਕਦੀ। ਆਲਸ ਨਹੀਂ ਚੱਲੇਗਾ, ਸੁਸਤੀ ਨਹੀਂ ਚੱਲੇਗੀ, ਗਰਦਨ ਟੇਢੀ ਤੇ ਕਮਰ ਟੇਢੀ ਜਾਂ ਰੀੜ੍ਹ ਦੀ ਹੱਡੀ ਢਿੱਲੀ ਨਹੀਂ ਚੱਲੇਗੀ। ਬਿਲਕੁਲ ਅਲਰਟ ਹੋ ਕੇ ਜਦੋਂ ਕਲਾਸ ਵਿੱਚ ਬੈਠੇ ਹੋ, ਆਪਣੇ ਟੀਚਰ ਕੋਲੇ ਬੈਠੇ ਹੋ, ਕੁਝ ਪੜ੍ਹ ਰਹੇ ਹੋ, ਲੰਬੇ ਪੈ ਕੇ ਪੜ੍ਹੋਗੇ ਤੇ ਛੇਤੀ ਨੀਂਦ ਆ ਜਾਵੇਗੀ, ਗੱਲਾਂ ਨਿਕਲ ਜਾਣਗੀਆਂ। ਜਿੰਨਾ ਸਮਾਂ ਪੜ੍ਹਨਾ ਹੈ ਸਾਵਧਾਨ ਹੋ ਕੇ ਪੜ੍ਹ ਲਵੋ। ਜਦੋਂ ਸਰੀਰ ਥੱਕ ਗਿਆ ਫਿਰ ਛੱਡ ਕੇ ਸੌਂ ਜਾਓ। ਜਦ ਸਰੀਰ ਨੇ ਆਰਾਮ ਕਰ ਲਿਆ ਫਿਰ ਪੜ੍ਹ ਲਓ, ਪਰ ਢਿੱਲਿਆਂ ਰਹਿ ਕੇ, ਅਵੇਸਲਿਆਂ ਰਹਿ ਕੇ ਨਹੀਂ। ਜਦੋਂ ਤੁਸੀਂ ਪਬਲਿਕ ਦੇ ਵਿੱਚੋਂ, ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਹਾਡੀ ਬਾਡੀ ਲੈਂਗੁਏਜ ਚੁਸਤ ਹੋਣੀ ਚਾਹੀਦੀ ਹੈ। ਤੁਹਾਨੂੰ ਦੇਖਣ ਵਾਲੇ ਬੰਦੇ ਵਿੱਚ ਵੀ ਚੁਸਤੀ ਆਉਣੀ ਚਾਹੀਦੀ ਹੈ, ਪਤਾ ਲੱਗੇ ਕਿ ਮਿਹਨਤੀ ਸ਼ਖਸ ਬੈਠਾ ਹੈ।